हेलो दोस्तों, ਅੱਜ ਦੇ ਲੈਕਚਰ 'ਚ ਜੋ ਆਪਾਂ ਗੱਲ ਕਰਨ ਜਾ ਰਹੇ ਹਾਂ 9th ਦੇ ਟੌਪਿਕ ਬਹੁਪਦੀਆਂ ਪੋਲੀਨੋਮੀਅਲਸ ਬਾਰੇ ਗੱਲ ਕਰਨ ਜਾ ਰਹੇ ਹਾਂ। ਪਿਛਲੀਆਂ ਕਲਾਸਾਂ ਦੇ ਵਿੱਚ ਆਪਾਂ ਬੀਜ ਗਣਿਤਕ ਵਿਅੰਜਕਾਂ ਬਾਰੇ ਚਰਚਾ ਕੀਤੀ ਹੋਈ ਹੈ, ਜਿਸ ਨੂੰ ਆਪਾਂ ਬੋਲਦੇ ਹਾਂ ਅਲਜਬਰਿਕ ਐਕਸਪ੍ਰੈਸ਼ਨਸ। ਆਪਾਂ ਜੋੜ ਘਟਾ ਬਾਰੇ ਗੱਲ ਕੀਤੀ ਸੀ, ਚਲ ਅਚਲ ਦੀ ਗੱਲ ਕੀਤੀ ਸੀ, ਹੈ ਨਾ। ਐਕਸ ਵਾਈ ਮੈਂ ਉਦਾਹਰਨ ਲੈ ਰਿਹਾ, ਜਿਵੇਂ 2x + 3y 5x - 2y, ਇਹਨਾਂ ਦਾ ਜੋੜ ਕਰੋ, ਇਹਨਾਂ ਦਾ ਘਟਾ ਕਰੋ। ਆਪਾਂ ਇਸ ਬਾਰੇ ਬੜੀ ਚਰਚਾ ਕੀਤੀ ਸੀ ਤੇ ਉੱਥੇ ਆਪਾਂ ਗੱਲ ਕੀਤੀ ਸੀ ਜੋ x ਤੇ y ਨੇ ਉਹ ਚੱਲ ਨੇ, ਜਿਹੜੀ ਇਹਨਾਂ ਦੇ ਨਾਲ ਗੁਣਾ ਹੁੰਦੀ ਹੈ, ਜਿਵੇਂ ਇੱਥੇ 2 ਆ ਗਿਆ, 3 ਆ ਗਿਆ, 5 ਆ ਗਿਆ, -2 ਆ ਗਿਆ, ਇਹਨੂੰ ਕੀ ਬੋਲਦੇ ਨੇ? ਗੁਣਾਂਕ। ਚੱਲ ਨੂੰ ਇੰਗਲਿਸ਼ ਕੀ ਕਹਿੰਦੇ ਸੀ? ਵੇਰੀਏਬਲ। ਗੁਣਾਂਕ ਹੁੰਦੇ ਨੇ ਕੋਫੀਸ਼ੀਐਂਟਸ, ਕੌਨਸਟੈਂਟਸ, ਅਚਲ। ਤਾਂ ਆਪਾਂ ਇਹਨਾਂ ਬਾਰੇ ਚਰਚਾ ਕੀਤੀ ਸੀ। ਅੱਜ ਆਪਾਂ ਉਸੇ ਪ੍ਰਕਿਰਿਆ ਨੂੰ ਅੱਗੇ ਚੱਲਦੇ ਹੋਏ ਬਹੁਪਦੀਆਂ ਬਾਰੇ ਗੱਲ ਕਰਨੀ ਹੈ। ਤਾਂ ਬਹੁਪਦੀ ਕੀ ਹੁੰਦੀ ਹੈ? ਸਭ ਤੋਂ ਪਹਿਲਾਂ ਦੋਸਤੋ, ਬਹੁਪਦੀ ਹੁੰਦੀ ਕੀ ਹੈ? ਪੋਲੀਨੋਮੀਅਲ ਕੀ ਹੁੰਦਾ? ਵਾਟ ਇਜ਼ ਪੋਲੀਨੋਮੀਅਲ? ਕੋਈ ਵੀ बीज गणितक व्यंजक अल्जेब्रिक एक्सप्रेशन a0xn a1xn - 1 a2xn - 2 प्लस an, ਇਹਨੂੰ ਲਿਖਿਆ ਜਾਂਦਾ px ਦੇ ਨਾਲ। p ਸ਼ਬਦ ਲਿਆ ਪੋਲੀਨੋਮੀਅਲ ਤੋਂ, ਤਾਂ ਪੋਲੀਨੋਮੀਅਲ ਇਨ x ਵਿੱਚ ਬਹੁਪਦੀ। ਆਪਾਂ ਉੱਥੇ 8ਵੀਂ ਕਲਾਸ 'ਚ XYZ ABC ਆਪਾਂ 2-3 ਚਲਾਂ ਬਾਰੇ ਗੱਲ ਕੀਤੀ ਹੋਈ ਹੈ ਨਾ। ਪਰ 9ਵੀਂ ਕਲਾਸ ਜਿਹੜੀ ਆਪਾਂ ਗੱਲ ਕਰਾਂਗੇ, ਆਪਾਂ ਸਿਰਫ ਇੱਕੋ ਚਲ ਦੀ ਗੱਲ ਕਰਨੀ ਹੈ, ਇੱਕ ਵੇਰੀਏਬਲ ਦੀ ਗੱਲ ਕਰਨੀ ਹੈ। ਜ਼ਿਆਦਾ ਆਪਾਂ ਕੁਐਸਚਨ x ਨਾਲ ਹੀ ਗੱਲ ਕਰਾਂਗੇ, ਕਿਉਂਕਿ ਆਪਣਾ ਜੋ ਮੇਨ ਵਰਕ ਹੈ ਉਹ x ਤੇ ਹੀ ਹੈ। ਤਾਂ PX ਪੋਲੀਨੋਮੀਅਲ ਇਨ x, ਇਹਦਾ ਮਤਲਬ ਹੋ ਗਿਆ ਪੋਲੀਨੋਮੀਅਲ ਇਨ x, x ਦੇ ਵਿੱਚ ਬਹੁਪਦੀ ਇਸ ਰੂਪ 'ਚ ਹੈ, ਜਿੱਥੇ a0 a1 a2 an ਇਹ ਸਾਰੇ ਵਾਸਤਵਿਕ ਸੰਖਿਆਵਾਂ ਨੇ, ਜਿਨ੍ਹਾਂ ਨੂੰ ਆਪਾਂ ਗੁਣਾਂਕ ਬੋਲਦੇ ਹਾਂ। ਹੁਣ ਵਾਸਤਵਿਕ ਸੰਖਿਆਵਾਂ ਆਪਾਂ ਪਹਿਲੇ ਚੈਪਟਰ 'ਚ ਕਰ ਚੁੱਕੇ ਹਾਂ, ਪ੍ਰਮੇਯ ਤੇ ਅਪਰਮੇਯ, ਹੈ ਨਾ, ਕਰ ਚੁੱਕੇ ਹਾਂ ਨਾ। ਤਾਂ ਇਹ ਸਾਰੀਆਂ ਕੀ ਨੇ? ਵਾਸਤਵਿਕ ਸੰਖਿਆਵਾਂ ਨੇ। ਜਿਹੜਾ n ਹੈ ਉੱਪਰ ਘਾਤ ਦੇ ਵਿੱਚ, ਉਹ ਪੂਰਨ ਸੰਖਿਆ ਹੈ, ਮਤਲਬ 0 1 2 3 4 5 6। ਜੇ ਇਹਦਾ ਮਤਲਬ ਇਹ ਹੈ ਜਿਹੜੀ ਘਾਤ ਹੈ ਨਾ ਦੋਸਤੋ, ਘਾਤ ਮਾਈਨਸ ਨਹੀਂ ਹੋਣੀ ਚਾਹੀਦੀ, ਘਾਤ 0 ਜਾਂ ਪਲੱਸ ਦੇ ਵਿੱਚ ਹੋਣੀ ਚਾਹੀਦੀ ਹੈ, ਜਾਂ ਪਲੱਸ ਦੇ ਵਿੱਚ ਹੋਣੀ ਚਾਹੀਦੀ ਹੈ। ਠੀਕ ਹੈ, ਤਾਂ ਇਹ ਹੋ ਗਿਆ ਦੂਸਰਾ ਕੰਮ। ਤਾਂ ਇਹ ਜੋ ਇਸ ਰੂਪ 'ਚ ਆਪਣੇ ਕੋਲੇ ਵਿਅੰਜਕ ਹੁੰਦਾ ਹੈ, ਉਹਨੂੰ ਕੀ ਬੋਲਦੇ ਨੇ? ਬਹੁਪਦ ਬੋਲਦੇ ਆ। ਅੱਗੇ ਬਹੁਪਦ ਦੀਆਂ ਕਿਸਮਾਂ ਬਹੁਤ ਨੇ ਆਪਣੇ ਕੋਲੇ, ਆਪਾਂ ਉਸ ਤੇ ਗੱਲ ਕਰਾਂਗੇ, ਕਿਉਂਕਿ ਆਪਣਾ ਜਿਹੜਾ ਹੁਣ ਮੇਨ ਕੰਮ ਹੈ, ਦੇਖੋ ਇੱਕ ਚਲ ਤੇ ਹੈ ਜੋ ਆਪਾਂ ਗੱਲ ਕਰਾਂਗੇ, ਲੇਕਿਨ ਉੱਥੇ ਆਪਾਂ ਨਾਲ ਦੂਸਰਾ ਵੀ ਐਕਸਪਲੇਨ ਕਰਾਂਗੇ। ਜ਼ਿਆਦਾ ਚੱਲ ਆਗੇ ਤਾਂ ਕੀ ਹੈ? ਬਹੁਪਦੀਆਂ ਦੀਆਂ ਕਿਸਮਾਂ, ਟਾਈਪਸ ਆਫ ਪੋਲੀਨੋਮੀਅਲ। ਬਹੁਪਦੀਆਂ ਨੂੰ ਦੋ ਤਰੀਕਿਆਂ ਤੇ ਵੰਡਿਆ ਜਾਂਦਾ ਹੈ, ਦੋ ਆਧਾਰਾਂ ਤੇ ਵੰਡਿਆ ਜਾਂਦਾ ਹੈ। ਘਾਤ ਦੇ ਆਧਾਰ ਤੇ, ਰਕਮਾਂ ਦੇ ਆਧਾਰ ਤੇ, ਪਦਾਂ ਦੇ ਆਧਾਰ ਤੇ। ਆਪਾਂ ਜਿਸ ਨੂੰ ਬੋਲਦੇ ਹਾਂ, ਰਕਮਾਂ ਨੂੰ ਆਪਾਂ ਕੀ ਬੋਲਦੇ ਹਾਂ? ਪਦ ਵੀ ਬੋਲਦੇ ਹਾਂ। ਪਦਾਂ ਦੇ ਆਧਾਰ ਤੇ, ਕਿਉਂਕਿ ਕਿਤਾਬ ਦੇ ਵਿੱਚ ਜਿਹੜਾ ਸ਼ਬਦ ਚੱਲ ਰਿਹਾ ਪਦ ਚੱਲ ਰਿਹਾ, ਪਦਾਂ ਦੇ ਆਧਾਰ ਤੇ ਘਾਤ ਦੇ ਆਧਾਰ ਤੇ ਆਪਣੇ ਕੋਲ ਇਹ ਚੱਲ ਰਿਹਾ ਹੈ ਨਾ। ਹੁਣ ਘਾਤ ਡਿਗਰੀ, ਵੈਸੇ ਘਾਤ ਕੋਈ ਵੀ ਹੋ ਸਕਦੀ ਹੈ, ਪਰ ਇੱਥੇ ਜਿਹੜਾ ਮਤਲਬ ਹੈ ਘਾਤ ਦਾ, ਡਿਗਰੀ ਦਾ, ਬਹੁਪਦ ਦੀ ਵੱਡੀ ਤੋਂ ਵੱਡੀ ਘਾਤ, ਜਿਸ ਦੀ ਆਪਾਂ ਉਰੇ ਚਰਚਾ ਕਰਨੀ ਹੈ। ਬਹੁਪਦ ਦੀ ਵੱਡੀ ਤੋਂ ਵੱਡੀ ਘਾਤ ਦੇ ਆਧਾਰ ਤੇ। ਤਾਂ ਘਾਤ ਦੇ ਆਧਾਰ ਤੇ ਸਭ ਤੋਂ ਪਹਿਲਾਂ ਆਪਣੇ ਕੋਲੇ ਆ ਗਿਆ ਅਚਲ ਬਹੁਪਦ, कांस्टेंट पॉलिनोमियल। ठीक,
ਜਿਹਦੀ ਘਾਤ ਕੀ ਹੁੰਦੀ ਹੈ 0। ਕਿਉਂਕਿ ਜਦੋਂ ਇੱਕ ਗੱਲ ਦੋਸਤੋ, ਜਦੋਂ ਘਾਤ ਦੀ ਗੱਲ ਆ ਜਾਂਦੀ ਹੈ ਨਾ, ਤਾਂ ਘਾਤ ਸਿਰਫ ਆਪਾਂ ਚੱਲਦੀ ਦੇਖਦੇ ਹਾਂ, x ਦੀ y ਦੀ ਦੇਖਦੇ ਹਾਂ, ਇੱਕ ਚੱਲਦੀ ਦੇਖਦੇ, ਇੰਗਲਿਸ਼ ਦੇ ਅੱਖਰ ਦੀ ਦੇਖਦੇ ਹੁੰਦੇ ਆ। ਉਰੇ ਆ ਗਿਆ ਅਚਲ ਬਹੁਪਦ, ਘਾਤ ਕੀ ਆ 0। ਕੋਈ ਵੀ ਮੈਥ ਦੀ ਸੰਖਿਆ, ਜਿਵੇਂ ਮੈਂ 5 ਲਿਖ ਲਿਆ, -2/3 ਲਿਖਤਾ, 100 ਲਿਖਤਾ, ਕਿਉਂ? ਕਿਉਂਕਿ 5 ਨੂੰ ਆਪਾਂ 5 ਗੁਣਾ 1 ਲਿਖ ਸਕਦੇ ਹਾਂ, ਤੇ 1 ਨੂੰ x ਦੀ ਘਾਤ 0 ਲਿਖ ਸਕਦੇ ਹਾਂ। ਤਾਂ ਫਿਰ ਇਹਦਾ ਮਤਲਬ ਅਚਲ ਬਹੁਪਦ ਦੀ ਜਿਹੜੀ ਘਾਤ ਹੁੰਦੀ ਹੈ ਕੀ ਹੁੰਦੀ ਹੈ 0 ਹੁੰਦੀ ਹੈ। ਕਾਰਨ ਇਹ ਹੋ ਗਿਆ ਉੱਥੇ। ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਦੱਸਦਾ ਮੈਂ, ਇੱਥੇ ਆਪਾਂ ਨੂੰ ਪਤਾ px ਹੈ ਨਾ, ਤਾਂ ਇਹਦਾ ਮਤਲਬ ਜਦੋਂ px ਪੈ ਗਿਆ ਨਾ ਦੋਸਤੋ, ਤਾਂ x ਚੱਲ ਹੈ, ਤਾਂ x ਤੋਂ ਬਿਨਾ ਅਗਰ ਕੋਈ ਉੱਥੇ ਅਲਫਾਬੈਟ ਪਾਤਾ, a ਪਾਤਾ, ਤਾਂ ਇਹ ਅਚਲ ਹੈ। ਅਗਰ ਉਹਨੇ x ਮੰਨ ਗਿਆ ਨਾ, ਤਾਂ ਇਹਦਾ ਮਤਲਬ ਆਪਣੇ ਲਈ ਸਿਰਫ x ਹੀ ਚੱਲ ਹੈ, ਬਾਕੀ ਕੋਈ ਵੀ ਮੈਥ ਵਾਲੀ ਸੰਖਿਆ ਆ ਜੇ ਜਾਂ ਇਸ ਤੋਂ ਬਿਨਾ 25 ਦੇ ਵਿੱਚੋਂ ਹੋਰ ਕੋਈ ਵੀ ਇੰਗਲਿਸ਼ ਦਾ ਅੱਖਰ ਆ ਜੇ, ਉਹ ਅਚਲ ਬਹੁਪਦ ਹੈ। ਤਾਂ ਜਦੋਂ px ਬਰਾਬਰ a ਆ ਗਿਆ, ਤਾਂ ਅਸਲ ਦੇ ਵਿੱਚ ਇਹ ਕਿਹੜਾ ਬਹੁਪਦ ਹੋਊਗਾ? ਅਚਲ ਬਹੁਪਦ ਹੋਊਗਾ, ਤੇ ਇਹਦੀ ਜਿਹੜੀ ਘਾਤ ਹੋਣੀ ਹੈ ਕੀ ਹੋਣੀ ਹੈ 0 ਹੋਣੀ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਰੇਖੀ ਬਹੁਪਦ ਦੀ, ਲੀਨੀਅਰ ਪੋਲੀਨੋਮੀਅਲ। ਰੇਖੀ ਬਹੁਪਦ ਦੀ ਘਾਤ ਕੀ ਹੁੰਦੀ ਹੈ? 1 ਹੁੰਦੀ ਹੈ, 1। ਤਾਂ ਜਦੋਂ ਘਾਤ 1 ਹੋ ਗਈ, ਤਾਂ ਫਿਰ ਇਹਦੀ ਉਦਾਹਰਨ ਕੀ ਕੀ ਹੋਗੀ? ਜਿਵੇਂ 3x - 5, ਦੇਖੋ x ਆ ਗਿਆ, x ਦੀ ਘਾਤ ਕਿੰਨੀ ਹੈ? 1 ਹੈ, ਜਾਂ 5/3x, ਕੱਲੀ x ਵਾਲੀ ਸੰਖਿਆ ਵੀ ਹੋ ਸਕਦੀ ਹੈ। ਇਹ ਹੋ ਗਈ ਰੇਖੀ ਬਹੁਪਦ, ਇਹ ਹੋ ਗਿਆ ਰੇਖੀ ਬਹੁਪਦ। ਹੁਣ ਆਪਾਂ ਕਰਦੇ ਹਾਂ ਦੋ ਘਾਤੀ ਬਹੁਪਦ ਦੀ। ਦੋ ਘਾਤੀ ਬਹੁਪਦ ਕੁਆਡਰੈਟਿਕ ਪੋਲੀਨੋਮੀਅਲ, ਇਹਦਾ ਤਾਂ ਨਾਮ ਹੀ ਦੱਸ ਰਿਹਾ ਹੈ, ਦੋ ਘਾਤ, ਜਿਹਦੀ ਦੋ ਘਾਤ ਹੁੰਦੀ ਹੈ। ਜਿਵੇਂ 3x ਦੀ 2 - 5x + 2। ਦੇਖੋ ਵੱਡੀ ਤੋਂ ਵੱਡੀ ਜਿਹੜੀ ਆਪਾਂ ਇੱਥੇ ਗੱਲ ਕੀਤੀ ਸੀ, ਬਹੁਪਦ ਦੀ ਵੱਡੀ ਤੋਂ ਵੱਡੀ ਘਾਤ ਕਿੰਨੀ ਹੈ? 2 ਹੈ। ਆਹ ਰਕਮ ਦੋ ਘਾਤ ਵਾਲੀ ਰਕਮ ਉੱਥੇ ਹੋਣੀ ਚਾਹੀਦੀ ਹੈ। ਉਹਨਾਂ ਦੋਹਾਂ ਦੇ ਵਿੱਚੋਂ ਕੋਈ ਹੋਵੇ ਜਾਂ ਨਾ ਹੋਵੇ, ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ। ਜਿਵੇਂ ਮੈਂ ਲਿਖਦਾ, ਆ ਦੇਖੋ ਮੈਂ x ਵਾਲੀ ਮਿਸ ਕਰਤੀ, ਕੋਈ ਦਿੱਕਤ ਵਾਲੀ ਗੱਲ ਨਹੀਂ, ਕੱਲੀ ਆਹ ਛੱਡਤੀ ਤਾਂ ਵੀ ਕੋਈ ਦਿੱਕਤ ਨਹੀਂ, ਦੋ ਘਾਤ ਵਾਲੀ ਰਕਮ ਉੱਥੇ ਹੋਣੀ ਚਾਹੀਦੀ ਹੈ। ਸੇਮ ਇਸ ਤੋਂ ਬਾਅਦ 3 ਘਾਤੀ ਬਹੁਪਦ, ਕਿਊਬਿਕ ਪੋਲੀਨੋਮੀਅਲ। ਤਾਂ ਫਿਰ ਇੱਥੇ ਕੀ ਹੋ ਗਿਆ ਦੋਸਤੋ? ਕਿਊਬਿਕ ਪੋਲੀਨੋਮੀਅਲ ਦੇ ਵਿੱਚ ਜਿਹਦੀ ਘਾਤ ਕੀ ਹੁੰਦੀ ਹੈ? 3 ਹੁੰਦੀ ਹੈ ਨਾ। ਜਿਵੇਂ 4x ਦੀ 3 - 5x + 1, -2/3x ਦੀ 3 - 5x ਦੀ 2 + 5। ਕੋਈ ਵੀ ਉਦਾਹਰਨ ਹੋ ਸਕਦੀ ਹੈ। ਤਾਂ ਇਸੇ ਤਰੀਕੇ ਨਾਲ ਅੱਗੇ ਚੱਲਦੇ ਹੋਏ 4 ਘਾਤ ਨੂੰ ਆਪਾਂ 4 ਘਾਤੀ ਲਿਖ ਦਾਂਗੇ, 5 ਘਾਤ ਨੂੰ 5 ਘਾਤੀ ਲਿਖ ਦਾਂਗੇ, 6 ਘਾਤ ਨੂੰ ਆਪਾਂ 6 ਘਾਤੀ ਲਿਖ ਦਾਂਗੇ। ਤਾਂ ਇਸ ਤਰੀਕੇ ਦੇ ਨਾਲ ਆਪਾਂ ਘਾਤ ਦੇ ਮੇਨ ਸਿਰਫ ਇਹਨਾਂ ਦੋਹਾਂ ਦੇ ਨਾਮ ਦਾ ਹੀ ਆ। ਦੇਖੋ ਅਚਲ ਜਿਹਦੀ ਘਾਤ ਕੀ ਹੁੰਦੀ ਹੈ 0, ਰੇਖੀ ਬਹੁਪਦ ਜਿਹਦੀ ਘਾਤ ਕੀ ਹੁੰਦੀ ਹੈ 1, ਬਾਕੀਆਂ ਦੇ ਨਾਮ 'ਚ ਹੀ ਹੈ 2 ਘਾਤੀ, 3 ਘਾਤੀ, 4 ਘਾਤੀ, 5 ਘਾਤੀ, 6 ਘਾਤੀ। ਤਾਂ ਇਸ ਅਕੋਰਡਿੰਗ ਇਹ ਅੱਗੇ ਦੀ ਅੱਗੇ ਚੱਲਦੀ ਰਹਿੰਦੀ ਹੈ। ਹੁਣ ਆਪਾਂ ਦੂਸਰੀ ਟਾਈਪ ਤੇ ਗੱਲ ਕਰਦੇ ਹਾਂ, ਰਕਮਾਂ ਦੇ ਪਦਾਂ ਦੇ ਆਧਾਰ ਤੇ। ਪਦਾਂ ਦੀ ਗਿਣਤੀ ਅਗਰ 1 ਹੈ, ਉਹਨੂੰ ਬੋਲਦੇ ਨੇ ਇੱਕ ਪਦੀ। ਹੁਣ ਇੱਥੇ ਸਭ ਤੋਂ ਵੱਡੀ ਗੱਲ, ਇਸ ਇੱਕ ਰਕਮ ਦਾ ਇੱਕ ਪਦੀ ਦਾ ਘਾਤ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਇਹ x ਦੀ 8 ਵੀ ਹੋ ਸਕਦੀ ਹੈ, -5/6x ਦੀ 100 ਵੀ ਹੋ ਸਕਦੀ ਹੈ। ਇੱਕ ਰਕਮ ਜਦੋਂ ਵਿਚਾਲੇ ਜੋੜ ਘਟਾ ਆਉਂਦਾ ਨਾ ਦੋਸਤੋ, ਜੋੜ ਘਟਾ ਰਕਮਾਂ ਨੂੰ ਅਲੱਗ-ਅਲੱਗ ਕਰਦਾ ਹੈ। ਮੈਂ ਇਸ ਤੋਂ ਕਰਨ ਤੋਂ ਪਹਿਲਾਂ ਮੈਂ ਇੱਕ ਉਦਾਹਰਨ ਲੈ ਰਿਹਾ। ਮੰਨ ਲਓ ਮੈਨੇ ਇੱਥੇ ਇੱਕ ਰਕਮ ਲਿਖਤੀ, ਦੇਖੋ ਹੈ ਨਾ, ਜੋੜ ਘਟਾ ਵਿਚਾਲੇ ਕਿੱਥੇ ਹੈ? ਇੱਕ ਇੱਥੇ ਰਿਹਾ, ਇੱਕ ਇੱਥੇ ਰਿਹਾ। ਤਾਂ ਇਹਦਾ ਮਤਲਬ ਇਹਨੇ ਰਕਮਾਂ ਨੂੰ ਪਦਾਂ ਨੂੰ ਅਲੱਗ-ਅਲੱਗ ਕਰਤਾ। ਇੱਕ ਆ ਹੋ ਗਿਆ, ਦੂਸਰਾ ਆ ਹੋ ਗਿਆ, ਤੀਸਰਾ ਆ ਹੋ ਗਿਆ। ਤਾਂ ਇਹਦਾ ਮਤਲਬ ਉਹਦੇ 3 ਰਕਮਾਂ ਨੇ, 3 ਪਦਾਂ ਨੇ, 3 ਪਦੀ ਹੈ। ਜਿਹੜਾ ਵਿਚਾਲੇ ਜੋੜ ਘਟਾ ਹੁੰਦਾ ਨਾ,
ਉਹ ਰਕਮਾਂ ਨੂੰ ਅਲੱਗ-ਅਲੱਗ ਕਰਦਾ ਹੈ। ਇਹ ਇੱਕੋ ਹੀ ਰਕਮ ਹੈ, ਇਹ ਦੋ ਰਕਮਾਂ ਨਹੀਂ ਹੈਗੀਆਂ, ਇਹ ਇੱਕੋ ਹੀ ਰਕਮ ਹੈ। ਠੀਕ ਹੈ, ਤਾਂ ਇਹ ਸਾਰੀਆਂ ਇੱਕ ਪਦੀ ਹੈ। ਇਹਨੂੰ ਇੰਗਲਿਸ਼ 'ਚ ਬੋਲਦੇ ਆ ਮੋਨੋਮੀਅਲ। ਮੋਨੋ ਸਿੰਗਲ, ਮੋਨੋ ਦਾ ਮਤਲਬ ਹੁੰਦਾ ਸਿੰਗਲ। ਤਾਂ ਇੱਥੇ ਸਿਰਫ ਇੱਕ ਰਕਮ, ਇੱਕ ਪਦ, ਘਾਤ ਕੋਈ ਮਰਜ਼ੀ। ਜਦੋਂ ਆਪਾਂ ਦੋ ਦੀ ਗੱਲ ਕਰਾਂਗੇ ਫਿਰ ਉਹ ਹੋ ਗਈ ਦੋ ਪਦੀ। ਬਾਈਨੋਮੀਅਲ, ਬਾਈ ਟੂ, ਬਾਈ ਦਾ ਮਤਲਬ ਹੁੰਦਾ ਦੋ। ਸੇਮ ਉੱਥੇ ਉਹ ਦੋ ਪਦੀ ਕਿਹੜੀ ਹੋ ਸਕਦੀ ਹੈ? ਕੋਈ ਮਰਜ਼ੀ ਹੋ ਸਕਦੀ ਹੈ। ਘਾਤ ਕੋਈ ਮਤਲਬ ਨਹੀਂ ਹੈਗਾ, ਆ ਵੀ ਹੋ ਸਕਦਾ ਹੈ। x ਦੀ 100 ਪਲੱਸ x ਦੀ 90 ਵੀ ਹੋ ਸਕਦਾ ਹੈ, ਤਾਂ ਉਹ ਇਹਨਾਂ ਤੇ ਕੋਈ ਫਰਕ ਨਹੀਂ ਪੈਂਦਾ। ਤਿੰਨ, ਤਿੰਨ ਪਦੀ ਟ੍ਰਾਈਨੋਮੀਅਲ। ਸੇਮ ਚੀਜ਼ ਇੱਥੇ ਤਿੰਨ ਰਕਮਾਂ, ਜਿਵੇਂ ਮੈਂ ਉਦਾਹਰਨ ਲਈ ਹੈ, ਘਾਤ ਦਾ ਕੋਈ ਸੰਬੰਧ ਨਹੀਂ, ਕਿੰਨੀ ਵੀ ਘਾਤ ਹੋ ਸਕਦੀ ਹੈ। ਤਾਂ ਇਹ ਸੀ ਆਪਾਂ ਜਿਹੜੀ ਗੱਲ ਕੀਤੀ ਸੀ ਬਹੁਪਦੀ ਦੀਆਂ ਕਿਸਮਾਂ। ਇੱਕ ਸਪੈਸ਼ਲ ਟਾਈਪ ਹੋਰ ਪਈ ਆ ਆਪਣੇ ਕੋਲੇ ਦੋਸਤੋ ਇੱਥੇ, ਮੈਂ ਉਸ ਦਾ ਵੀ ਜ਼ਿਕਰ ਜ਼ਰੂਰ ਕਰੂੰਗਾ ਉਰੇ। ਜ਼ੀਰੋ ਬਹੁਪਦ। ਜ਼ੀਰੋ ਪੋਲੀਨੋਮੀਅਲ, ਨਾਮ ਹੀ ਦੱਸ ਰਿਹਾ px ਬਹੁਪਦੀ ਇਨ x ਪੋਲੀਨੋਮੀਅਲ x ਕਿਹਦੇ ਬਰਾਬਰ ਆ ਗਿਆ? ਜ਼ੀਰੋ। ਤਾਂ ਉਰੇ ਜ਼ੀਰੋ ਆ ਗਿਆ। ਹੁਣ ਸਭ ਤੋਂ ਇੰਪੋਰਟੈਂਟ ਜਿਹੜਾ ਕੁਐਸਚਨ ਇੱਥੇ ਹੈਗਾ ਜ਼ੀਰੋ ਬਹੁਪਦ ਦਾ, ਜਿੱਥੇ ਜ਼ੀਰੋ ਹੋਵੇ ਇਹਦੀ ਘਾਤ ਕਿੰਨੀ ਹੁੰਦੀ ਹੈ ਦੋਸਤੋ? ਸਭ ਤੋਂ ਪਹਿਲਾ ਕੁਐਸਚਨ ਤੇ ਇੰਪੋਰਟੈਂਟ ਕੁਐਸਚਨ ਇਹਦਾ ਇਹੀ ਹੈ, ਜ਼ੀਰੋ ਬਹੁਪਦ ਦੀ ਜਿਹੜੀ ਘਾਤ ਹੈ ਕਿੰਨੀ ਹੁੰਦੀ ਹੈ? ਜ਼ੀਰੋ, 1 2 3 4 5 6, ਜਿੰਨੀਆਂ ਮਰਜ਼ੀ। ਲੈਟ ਅਸ ਸੀ ਜ਼ੀਰੋ ਨੂੰ ਮੈਂ ਐਂ ਵੀ ਲਿਖ ਸਕਦਾ ਹੈ ਨਾ, ਇਸ ਨੂੰ ਮੈਂ ਆ ਵੀ ਲਿਖ ਸਕਦੇ ਹਾਂ। ਹੁਣ ਆਪਾਂ ਇਸ ਨੂੰ ਆ ਵੀ ਲਿਖ ਸਕਦੇ ਹਾਂ, ਕਿਉਂਕਿ ਤੁਹਾਨੂੰ ਵੀ ਪਤਾ ਲੱਗ ਗਿਆ। ਹੁਣ ਆਪਾਂ ਇੱਥੇ ਆ ਵੀ ਲਿਖ ਸਕਦੇ ਹਾਂ। ਤਾਂ ਇਹਦਾ ਮਤਲਬ ਕੀ ਹੋਇਆ? ਜੇ ਤਾਂ ਮੈਂ ਇਹ ਲਿਖਦਾ ਤਾਂ ਜ਼ੀਰੋ ਘਾਤ ਹੈ, ਅਗਰ ਆਪਾਂ ਇਹ ਲਿਖਦੇ ਹਾਂ 5 ਘਾਤ ਹੈ, ਇਹ ਲਿਖਦੇ ਹਾਂ 8 ਘਾਤ ਹੈ, ਇਹ ਲਿਖਦੇ ਹਾਂ 100 ਘਾਤ ਹੈ। ਤਾਂ ਫਿਰ ਇਹਦਾ ਮਤਲਬ ਜਿਵੇਂ ਜਿਵੇਂ ਰਕਮਾਂ ਲਿਖੀ ਚੱਲਾਂਗੇ ਦੋਸਤੋ ਘਾਤ ਬਦਲੀ ਜਾਣੀ ਹੈ। ਤਾਂ ਫਿਰ ਇਹਦਾ ਮਤਲਬ ਆਪਣੀ ਮਰਜ਼ੀ ਹੋ ਗਈ? ਨਹੀਂ। ਤਾਂ ਇਸ ਮਤਲਬ ਜਿਹੜੀ ਇਹਦੀ ਘਾਤ ਹੈ ਉਹ ਪਰਿਭਾਸ਼ਿਤ ਨਹੀਂ, ਕਿਉਂਕਿ ਇਹ ਬਦਲ ਰਹੀ ਹੈ ਰਕਮਾਂ ਦੇ ਹਿਸਾਬ ਨਾਲ। ਤੇ ਮੈਥ ਦੇ ਵਿੱਚ ਜਦੋਂ ਕੋਈ ਚੀਜ਼ ਬਦਲਦੀ ਹੋਵੇ ਉੱਥੇ ਆਪਾਂ ਕੀ ਲਿਖਦੇ ਹਾਂ? ਪਰਿਭਾਸ਼ਿਤ ਨਹੀਂ। ਤਾਂ ਕੁਐਸਚਨ ਕੀ ਹੋ ਗਿਆ? ਜ਼ੀਰੋ ਬਹੁਪਦ ਦੀ ਜਿਹੜੀ ਘਾਤ ਹੈ ਉਹ ਕੀ ਹੈ? ਪਰਿਭਾਸ਼ਿਤ ਨਹੀਂ। ਤਾਂ ਹੁਣ ਦੇਖੋ ਆਪਾਂ ਜੋ ਗੱਲ ਕੀਤੀ ਹੈ, ਇੱਕ ਤਾਂ ਚੱਲ ਦੀ ਗੱਲ ਕੀਤੀ ਹੈ ਇੰਗਲਿਸ਼ ਦੇ ਅੱਖਰ ਦੀ, ਜਿਹਨੂੰ ਆਪਾਂ ਚੱਲ ਕਿਹਾ, ਆਪਾਂ ਘਾਤ ਦੀ ਗੱਲ ਕੀਤੀ ਹੈ, ਆਪਾਂ ਪਦੀਆਂ ਦੀ ਗੱਲ ਕੀਤੀ ਹੈ। ਮੈਂ ਛੋਟੀ ਜਿਹੀ ਉਦਾਹਰਨ ਲੈ ਰਿਹਾ ਅਗਲਾ ਪਾਠ ਸ਼ੁਰੂ ਕਰਨ ਤੋਂ ਪਹਿਲਾਂ। ਉਦਾਹਰਨ, ਹੇਠਾਂ ਲਿਖਿਆਂ ਵਿੱਚੋਂ ਕਿਹੜੇ ਬਹੁਪਦ ਇੱਕ ਚੱਲ ਵਿੱਚ ਹਨ? ਤਾਂ ਇੱਕ ਚੱਲ ਮਤਲਬ ਇੱਕ ਇੰਗਲਿਸ਼ ਦਾ ਅੱਖਰ। ਨੰਬਰ 1, 2x ਦੀ 2 ਮਾਈਨਸ 5x ਪਲੱਸ 1, 4x ਦੀ 3 ਪਲੱਸ y ਦੀ 2 ਮਾਈਨਸ x ਪਲੱਸ 1, y ਦੀ 2 ਮਾਈਨਸ y ਪਲੱਸ 1, ਚੌਥਾ ਮਾਈਨਸ 2/3 z ਦੀ 3 ਪਲੱਸ z ਦੀ 2 ਮਾਈਨਸ 5z ਪਲੱਸ a, ਪੰਜਵਾਂ ਮਾਈਨਸ 5/6 a ਦੀ 4 ਅੰਡਰ 5 a ਦੀ 3 ਪਲੱਸ 2। ਤਾਂ ਮੈਂ ਉਰੇ 5 ਉਦਾਹਰਨਾਂ ਲਈਆਂ। ਤਾਂ ਇੱਕ ਚੱਲ ਦਾ ਮਤਲਬ, ਇੱਕ ਸਿੰਪਲ ਭਾਸ਼ਾ 'ਚ ਗੱਲ ਕਰੇ, ਇੱਕ ਇੰਗਲਿਸ਼ ਦਾ ਅੱਖਰ। ਤਾਂ ਕਿੱਥੇ ਕਿੱਥੇ ਹੈ? ਇੱਥੇ ਇੱਕੋ ਹੀ ਹੈ ਨਾ। ਤਾਂ ਇਹਦਾ ਮਤਲਬ ਇਹ ਇੱਕ ਚੱਲ ਦੇ ਵਿੱਚ ਹੈਗੀ ਹੈ। ਇੱਥੇ ਦੋ ਨੇ ਤਾਂ ਇਹ ਨਹੀਂ ਹੈਗੀ। ਉੱਥੇ ਦੋਸਤੋ ਹੈਗੀ ਹੈ, ਇੱਥੇ ਇਹ ਨਾਲ ਆ ਰਿਹਾ ਹੈ ਨਾ, ਨਹੀਂ ਹੈਗੀ। ਇੱਥੇ ਇਹ ਹੈਗੀ ਹੈ। ਤਾਂ ਇਹ ਹੁੰਦੀ ਆ ਆਪਣੀ ਇੱਕ ਚੱਲ ਦੀ ਗੱਲ, ਜੋ ਇੱਕ ਛੋਟੇ ਜਿਹੇ ਕੁਐਸਚਨ ਦੀ ਮੈਂ ਗੱਲ ਕੀਤੀ ਸੀ। ਹੁਣ ਆਪਾਂ ਇਸ ਤੋਂ ਬਾਅਦ ਜਿਹੜੀ ਮੇਨ ਗੱਲ ਕਰਨੀ ਹੈ, ਇੱਕ ਉਹ ਗੱਲ ਕਰਨੀ ਹੈ ਬਹੁਪਦ ਦੀਆਂ ਸਿਫਰਾਂ ਦੀ। ਸਿਫਰਾਂ, ਇਹਦਾ ਮਤਲਬ ਕੀ ਹੈ? ਬਹੁਪਦ ਦੀਆਂ ਸਿਫਰਾਂ, zeros of a polynomial। ਹੁਣ ਇਹ ਕੀ ਹੈ ਦੋਸਤੋ? zeros of a polynomial। ਨਾਮ ਦੱਸ ਰਿਹਾ ਹੈ ਉਹ ਕੀਮਤ
ਉਹ ਕੀਮਤ, ਮੈਂ ਇੱਕ ਵਾਰ ਸਿੰਪਲ ਭਾਸ਼ਾ 'ਚ ਲਿਖ ਰਿਹਾ, ਜੋ ਬਹੁਪਦ ਨੂੰ ਸਿਫਰ ਬਣਾਉਂਦੀ ਹੈ ਨਾ। ਆਹੀ ਹੋ ਗਿਆ ਨਾ, ਬਹੁਪਦ ਦੀਆਂ ਸਿਫਰਾਂ ਦਾ ਮਤਲਬ ਉਹ ਕੀਮਤ ਜੋ ਬਹੁਪਦ ਨੂੰ ਸਿਫਰ ਬਣਾਉਂਦੀ ਹੈ। ਆਪਾਂ ਉਦਾਹਰਨ ਲੈ ਕੇ ਚੱਲਦੇ ਹਾਂ। px x ਦੀ 2 ਮਾਈਨਸ 5x ਪਲੱਸ 6 ਹੈ ਨਾ। ਹੁਣ ਕਿਹੜੀ ਕੀਮਤ, ਇੱਥੇ x ਦੇਖੋ, x ਦੀ ਗੱਲ ਆ ਗਈ ਨਾ, ਤਾਂ ਜਿਹੜੀ ਉਰੇ ਆਪਾਂ ਉਹ ਕੀਮਤ ਦੀ ਗੱਲ ਕੀਤੀ ਹੈ, ਤਾਂ ਅਸਲ ਦੇ ਵਿੱਚ ਦੋਸਤੋ ਆਪਾਂ ਉਸ ਚੱਲ ਦੀ ਗੱਲ ਕਰਦੇ ਹਾਂ, x ਦੀ। ਅਗਰ ਉਰੇ y ਲਿਖਿਆ ਹੁੰਦਾ y ਦੀ 2 ਮਾਈਨਸ 5y, ਤਾਂ ਆਪਾਂ y ਦੀ ਗੱਲ ਕਰਦੇ z। ਤਾਂ ਇਹ ਉਰੇ ਚੱਲ ਦੀ ਉਹ ਕੀਮਤ ਜੋ ਬਹੁਪਦ ਨੂੰ ਸਿਫਰ ਬਣਾਉਂਦੀ ਹੈ, ਉਹ ਹੁੰਦੀ ਹੈ ਬਹੁਪਦ ਦੀ ਸਿਫਰ। ਤਾਂ ਉਰੇ ਕੀ ਆਊਗੀ, ਆਪਾਂ ਉਦਾਹਰਨ ਲੈ ਕੇ ਚੱਲਦੇ ਹਾਂ। ਆਪਾਂ ਕੀਮਤਾਂ ਭਰਦੇ ਹਾਂ। ਮੈਂ x ਨੂੰ 1 ਭਰਿਆ, ਤਾਂ ਜਿੱਥੇ ਜਿੱਥੇ x ਹੈ ਉੱਥੇ ਉੱਥੇ 1 ਭਰਿਆ ਜਾਊਗਾ। ਤੇ ਸਿੱਧਾ ਜਿਹਾ ਫੰਡਾ, ਜੇ ਉਰੇ ਘਾਤ 2 ਹੈ ਤਾਂ ਉਸ ਕੀਮਤ ਦੀ ਘਾਤ ਵੀ 2 ਆਣੀ ਹੈ। ਇੱਥੇ 5 ਨਾਲ ਗੁਣਾ ਹੈ, ਉਰੇ ਵੀ 5 ਨਾਲ। ਤੇ ਜਦੋਂ ਹੱਲ ਕਰਨਾ, ਦੇਖੋ ਜਦੋਂ ਮੈਂ ਕੀਮਤਾਂ ਨੂੰ ਭਰਿਆ ਸਿਰਫ ਬ੍ਰੈਕਟ 'ਚ ਭਰਿਆ, 1 ਦੀ ਘਾਤ 2, 1 ਏਕਮ 1, 5 ਦੂਣੀ 10 ਪਲੱਸ 6। ਇਹਨੂੰ ਹੱਲ ਕੀਤਾ, ਪਲੱਸ ਵਾਲੇ ਇੱਕ ਵਾਰੀ, 1 ਪਲੱਸ 6 ਮਾਈਨਸ 10 ਆ ਗਿਆ। ਆਪਾਂ ਸਿਫਰ ਕੱਢਣੀ ਹੈ, ਇਹ ਸਿਫਰ ਨਹੀਂ ਹੈਗੀ, ਕਿਉਂਕਿ ਜਦੋਂ ਕੀਮਤ ਭਰੀ ਆਪਣੇ ਕੋਲ ਕੀ ਆ ਰਿਹਾ, -3 ਆ ਰਿਹਾ। ਉਰੇ ਸਿਫਰ ਆਉਣਾ ਚਾਹੀਦਾ। x ਨੂੰ 2 ਭਰਿਆ, ਤਾਂ ਜਿੱਥੇ ਜਿੱਥੇ x ਹੈ ਉੱਥੇ ਉੱਥੇ 2, 2 ਦੂਣੀ 4, 5 ਦੂਣੀ 10, 6 ਓਮੇ ਦਾ ਓਮੇ, ਜੋ ਇੱਕੋ ਨਾਲ ਦੇ ਨਿਸ਼ਾਨ ਹੈ, 6 4 10, 10 ਮਾਈਨਸ 10 0। ਆ ਦੇਖੋ, ਆ 0 ਬਣ ਗਿਆ। ਤਾਂ ਇਹਦਾ ਮਤਲਬ ਕੀ ਹੋ ਗਿਆ, x ਨੂੰ 2 ਭਰਨ ਤੇ ਆ ਬਹੁਪਦ ਕੀ ਬਣ ਗਿਆ, 0 ਬਣ ਗਿਆ, ਸਿਫਰ ਬਣ ਗਿਆ। ਤਾਂ ਇਸ ਲਈ x ਬਰਾਬਰ ਹੈ 2, ਬਹੁਪਦ x ਦੀ 2 ਮਾਈਨਸ 5x ਪਲੱਸ 6 ਦਾ ਸਿਫਰ ਹੈ। ਤਾਂ ਇਸ ਤਰੀਕੇ ਦੇ ਨਾਲ ਆਪਾਂ ਸਿਫਰ ਕੱਢਦੇ ਹਾਂ, ਆਪਾਂ ਕੀਮਤਾਂ ਭਰਦੇ ਹਾਂ 1 2 3 ਮਾਈਨਸ। ਤੁਸੀਂ ਮਾਈਨਸ ਵੀ ਭਰ ਸਕਦੇ ਹੋ। ਤੇ ਜਿਹੜੀ ਸਿਫਰ ਹੈ, ਇਹ ਪਲੱਸ ਦੀ ਸੰਖਿਆ ਵੀ ਹੋ ਸਕਦੀ ਹੈ, ਇਹ ਮਾਈਨਸ ਦੀ ਸੰਖਿਆ ਵੀ ਹੋ ਸਕਦੀ ਹੈ, ਇਹ ਵਟਿਆਂ ਦੀ ਸੰਖਿਆ ਵੀ ਹੋ ਸਕਦੀ ਹੈ। ਤਾਂ ਹੁਣ ਆਪਾਂ ਜਿਹੜੀ ਗੱਲ ਕਰਨੀ ਹੈ, ਕਿਉਂਕਿ 2 ਘਾਤੀ ਦੀਆਂ ਸਿਫਰਾਂ ਕੱਢਣ ਦਾ ਜੋ ਕੰਮ ਹੈ ਉਹ ਆਪਣੇ ਕੋਲ ਅਗਲੇ ਪਾਰਟ ਦੇ ਵਿੱਚ ਹੈ। ਇੱਥੇ ਜਿਹੜੀ ਆਪਾਂ ਗੱਲ ਕਰਾਂਗੇ ਰੇਖੀ ਬਹੁਪਦ ਦੇ ਸਿਫਰਾਂ ਦੀ ਗੱਲ ਕਰਾਂਗੇ, ਕਿ ਰੇਖੀ ਬਹੁਪਦ ਦੀਆਂ ਸਿਫਰਾਂ ਜੋ ਆਪਣੇ ਸਿਲੇਬਸ ਦੇ ਵਿੱਚ ਹੈ, ਆਪਾਂ ਉਸ ਤੇ ਗੱਲ ਕਰਾਂਗੇ ਕਿ ਰੇਖੀ ਬਹੁਪਦ ਦੀਆਂ ਸਿਫਰਾਂ ਕੱਢੋ। ਰੇਖੀ ਬਹੁਪਦ, ਰੇਖੀ ਬਹੁਪਦ ਕਿਹੜਾ ਸੀ ਦੋਸਤੋ, ਜਿਹਦੀ ਘਾਤ 1 ਹੋਵੇ, ਹੈ ਨਾ। ਉਦਾਹਰਨ, ਸਿਫਰਾਂ ਪਤਾ ਕਰੋ। ਮੈਂ ਕੁਝ ਉਦਾਹਰਨਾਂ ਲੈ ਰਿਹਾ। x ਪਲੱਸ 4, 2x ਮਾਈਨਸ 1, 4x ਪਲੱਸ 5। ਮੈਂ 3 ਬਹੁਪਦ ਲਏ ਨੇ। ਦੇਖੋ, ਕੱਲਾ ਤੁਹਾਨੂੰ ਇਹ ਵੀ ਲਿਖਿਆ ਆ ਸਕਦਾ ਦੋਸਤੋ, ਮੈਂ ਕੱਲਾ ਲਿਖਿਆ, ਜਾਂ ਇਹ ਵੀ ਹੋ ਸਕਦਾ ਹੈ ਤੁਹਾਨੂੰ ਐਂ ਲਿਖਿਆ ਹੋਵੇ, ਤਾਂ ਕੋਈ ਫਰਕ ਨਹੀਂ ਪੈਂਦਾ, ਉਲਝਣ ਦੀ ਕੋਈ ਲੋੜ ਨਹੀਂ ਹੈਗੀ। ਇਹ ਵੀ ਇੱਕ ਰਿਪਰੈਜ਼ੈਂਟੇਸ਼ਨ ਹੈ, ਕੱਲਾ ਇਹ ਬਹੁਪਦ ਵੀ ਮਿਲ ਸਕਦਾ, ਤੁਹਾਨੂੰ ਐਂ ਵੀ ਮਿਲ ਸਕਦਾ, ਤਾਂ ਉਸ ਨਾਲ ਕੋਈ ਫਰਕ ਨਹੀਂ ਪੈਂਦਾ। ਹੱਲ, ਸਿਫਰ ਕੱਢਣੀ ਹੈ ਨਾ। ਦੇਖੋ, ਪਿਛਲੇ ਪਾਰਟ 'ਚ ਮੈਂ ਗੱਲ ਕੀਤੀ ਸੀ, ਆਪਾਂ ਕੀਮਤਾਂ ਭਰ ਰਹੇ ਸੀ, x ਨੂੰ 1 ਭਰਦੇ, 2 ਭਰਦੇ, 3 ਭਰਦੇ, 4 ਭਰਦੇ, 5 ਭਰਦੇ, ਪਰ ਆਪਾਂ ਇਹ ਕਿੰਨੀਆਂ ਕੀਮਤਾਂ ਭਰਾਂਗੇ ਨਹੀਂ। ਉੱਥੇ ਤਾਂ ਆਪਣੇ ਕੋਲੇ ਦੂਜੇ ਪੁਆਇੰਟ ਤੱਕ ਆ ਗਿਆ, ਹੈ ਨਾ। ਤਾਂ ਸਭ ਤੋਂ ਵਧੀਆ ਤਰੀਕਾ ਕੀ ਹੁੰਦਾ ਦੋਸਤੋ, ਸਿਫਰ ਕੱਢਣ ਦੇ ਲਈ ਬਹੁਪਦ ਨੂੰ, ਜਿਹੜਾ ਵੀ ਤੁਹਾਨੂੰ ਬਹੁਪਦ ਦਿੱਤਾ ਹੋਇਆ ਹੈ, ਜੋ ਵੀ ਬਹੁਪਦ ਦਿੱਤਾ ਹੈ, ਉਹਨੂੰ 0 ਦੇ ਬਰਾਬਰ ਰੱਖ ਦਿਓ। ਸਭ ਤੋਂ ਵਧੀਆ ਤਰੀਕਾ ਇਹ ਹੈ ਟਾਈਮ ਬਚਾਉਣ ਦੇ ਲਈ। x ਪਲੱਸ 4 ਕਿਹਦੇ ਬਰਾਬਰ ਆ ਗਿਆ, 0 ਦੇ। ਹੁਣ ਇਹ ਤੁਹਾਡੇ ਕੋਲ ਕੀ ਬਣ ਗਈ, ਸਮੀਕਰਨ ਬਣ ਗਈ। ਆਪਾਂ 8ਵੀਂ ਕਲਾਸ 'ਚ 7ਵੀਂ ਕਲਾਸ 'ਚ ਬੜਾ ਇਹਦੇ ਬਾਰੇ ਜ਼ਿਕਰ ਕੀਤਾ ਹੋਇਆ ਹੈ। ਇੱਥੋਂ x ਕੱਢਿਆ, 4 ਉੱਧਰ ਗਿਆ, ਉੱਧਰ ਜਾ ਕੇ 4 ਕਾਹਦਾ ਹੋ ਗਿਆ, ਮਾਈਨਸ ਦਾ। ਤਾਂ ਇਹਦਾ ਮਤਲਬ ਬਹੁਪਦ ਦੀ ਸਿਫਰ ਕੀ ਆ ਗਈ, -4। ਤੁਹਾਡਾ ਕੁਐਸਚਨ ਬਹੁਤ ਜਲਦੀ ਕੀ ਹੋ ਜਾਊਗਾ, ਪੂਰਾ ਹੋ ਜਾਊਗਾ। ਕੀ ਆ ਗਿਆ, -4 ਆ ਗਿਆ, ਹੈ ਨਾ। ਸੇਮ ਦੂਸਰਾ ਪਾਰਟ, ਦੂਸਰੇ ਪਾਰਟ 'ਚ ਕੀ ਹੈ ਦੇਖੋ, ਆਪਣੇ ਕੋਲੇ 2x ਮਾਈਨਸ 1। ਤਾਂ ਸਿਫਰ ਲਈ ਬਹੁਪਦ ਨੂੰ ਆਪਾਂ 0 ਦੇ ਬਰਾਬਰ ਰੱਖਤਾ, 2x ਮਾਈਨਸ 1 ਬਰਾਬਰ ਹੈ 0। ਤਾਂ ਸਭ ਤੋਂ ਪਹਿਲਾਂ ਆਪਾਂ 1 ਨੂੰ ਕੀ ਕਰਾਂਗੇ, ਉੱਧਰ ਲੈ ਕੇ ਜਾਵਾਂਗੇ। 1 ਉੱਧਰ ਗਿਆ, ਕਾਹਦਾ ਹੋ ਗਿਆ, ਪਲੱਸ ਦਾ, ਹੈ ਨਾ। 0 + 1 0। ਹੁਣ ਆ 2 ਨੂੰ ਉੱਧਰ ਲੈ ਕੇ ਜਾਵਾਂਗੇ, ਉਰੇ ਗੁਣਾ ਹੈ,
उधर जाके की होगी वंड। तो यदा मतलब यदि सिफर की आ गई x बराबर 1/2। आप तीसरे पार्ट से गल कर रहे हैं। सिफर लई बहुपद किहदे बराबर है 0 दे, है ना। तो बहुपद कितना हो गया 4x + 5 बराबर है 0। सब तो पहला आप इनू उधर भेजांगे, ये प्लस दा उधर जाके कादा हो गया माइनस का, है ना। हुण 4 की गुण है, उधर जाके 4 की की होगी वंड। तो यदा मतलब उस बहुपद की जिहड़ी सिफर है वो की आ गई -5/4। तो यही सी अपना सिफरां का पार्ट। बाकी जिहड़ी आप 2 घाती की गल करांगे या 3 घाती, वो आप अगले पार्ट च गल करांगे। ये अपना हो गया पहला पार्ट। हुण आप इस तों बाद कुछ होर क्वेश्चनस ते चलते हैं, कुछ होर अगले पार्ट ते वर्क कर रहे हैं। हुण आपां ਇਹ ਤਾਂ ਸੀ ਆਪਾਂ ਸਿਫਰਾਂ ਕੱਢੀਆਂ ਨੇ, है ना। ਹੁਣ ਆਪਾਂ ਨੂੰ ਕੁਝ ਕੁ ਕੀਮਤਾਂ ਦਿੱਤੀਆਂ ਹੋਣਗੀਆਂ। ਉਦਾਹਰਨ ਪਤਾ ਕਰੋ x ਬਰਾਬਰ 2 ਅਤੇ -1 ਬਹੁਪਦ x ਦੀ 2 -3x + 2 ਦੀਆਂ ਸਿਫਰਾਂ ਹਨ या नहीं। हुण आपां ये भरना है। तो आपां की करांगे, देखो देखो फर्क की पै रहा है। जिहड़ा सब तो पहला पार्ट कीता सी उत्थे मैं कीमतां भर के देखिया सी, आपां सिफरां लभीआं सी, है ना। पिछले दे विच आपां सिफर कड्ढनी सी रेखी बहुपद दी, आपां 0 के बराबर रखिया, आपां x की कीमत कड्ढी। लेकिन इत्थे आपां नूं 2 कीमतां दित्तियां, कहंदे पता करो ये सिफरां है या नहीं। तो फिर की करांगे, पहला इहनूं इत्थे भरांगे, भर के देखांगे जे तो 0 आ गया तो सिफर है, अगर 0 नहीं आ रहा तो सिफर नहीं हैगा। बहुपद की दिता है सब तो पहला px x दी 2 -3x + 2। जिथे जिथे x है उन्होंने गोल चक्कर च पा लो, क्योंकि आप कीमत इत्थे भरनी है। पहला पार्ट x बराबर 2, देखो जिथे जिथे x है उत्थे उत्थे 2 भर रहा मैं। तो जो 2 भरना उन्होंने ब्रैकेट च रखनी है, कीमत कोई भी भरनी है। इत्थे 2, इत्थे 2, इत्थे 2, 2 दूनी 4, 3 दूना 6 + 2, दोनों इको नाल दे निशान, 4 ते 2 6, 6 चो 6 घटाए 0। तो यदा मतलब की हो गया, हाँ x बराबर है 2, बहुपद px बराबर x दी 2 -3x + 2 दी सिफर है। हुण आप अगला चेक करांगे। अगला की है x बराबर -1। तो देखो जिथे जिथे x है उथे उथे अपने को की आ गया -1 आ गया। माइनस नूं 2 बार गुना की प्लस 1 दी 2 बार गुना की 1 एकम 1, माइनस दी माइनस नाल गुना की प्लस 3 एकम 3 + 2, ये कितना आ गया 6। हुण यह सिफर नहीं हैगा, है नहीं ना। तो फिर यदा मतलब की हो गया नहीं, x बराबर -1 बहुपद px बराबर x दी 2 -3x + 2 दा सिफर नहीं है। तो इस तरह के आपां नूं क्वेश्चन हैगे ने जो कीमतां दित्तियां होईयां, ते आपां आसानी दे नाल चैक कर सकते हैं कीमत भर के। मेन गल कीमत भरनी है, तो जदों कीमत भरनी है सिर्फ जिथे जिथे x है या y है, जो बहुत चल की गल की है उत्थे गोल चक्कर मारो। हुण इसे नूं अगे वधाउंदे होए मैं कुछ क्वेश्चन लै रहा, मतलब एक क्वेश्चन लै रहा, जे बहुपद px बराबर 2x दी 2 -3x + 4 है, तो मुल लभो किस किस दे, P3 P-2 P-1/2। मैं और 3 कीमतां लईआं ने। देखो दिता की होया, px बराबर 2x दी 2 -3x + 4। सब तो पहला काम जिथे x है गोल चक्कर, ताकि गलती ना होवे। पहला पार्ट P3 है, ध्यान नाल देखो की है, x की थां ते की आ गया अपने को 3 आ गया, है ना। अगर मैं इनू इहदे नाल मिलावां, P सेम आ गया, x किहदे बराबर आ गया 3 के बराबर आ गया। तो जिथे जिथे x है
ਉੱਥੇ ਉੱਥੇ ਕੀ ਆ ਗਿਆ 3, ਉਹਨੂੰ ਬ੍ਰੈਕਟ 'ਚ ਪਾਓ। 1x ਇੱਥੇ ਹੈ, 1x ਦੇਖੋ ਇੱਥੇ ਹੈ ਨਾ। ਇਹਨੂੰ ਹੱਲ ਕਰਨ ਲਈ ਧਿਆਨ ਰੱਖਣਾ ਹੈ 3 ਦੀ 2 ਘਾਤ ਹੈ 2 ਵਾਰ ਗੁਣਾ 3 ਦੀ ਗੁਣਾ 3, 2 ਤੀਆ 6, 6 ਤੀਆ 18, ਤੀਓ 9 4, ਜਿਵੇਂ ਮਰਜ਼ੀ ਹੱਲ ਕਰੋ। ਪਹਿਲਾਂ ਇਹਨੂੰ ਹੱਲ ਕਰ ਲਓ, ਚਾਹੇ ਇੱਕੋ ਨਾਲ ਦੇ ਨਿਸ਼ਾਨ। 18 ਤੇ 4 22, 22 ਚੋਂ 9 ਘਟਾਏ 13। ਤਾਂ ਇਹ ਹੋ ਗਿਆ ਆਪਣਾ ਪਹਿਲਾ ਪਾਰਟ ਜਿੱਥੇ ਆਪਾਂ ਇਹਦੀ ਕੀਮਤ ਕੱਢੀ ਹੈ। ਹੁਣ ਮੈਂ ਦੂਸਰੇ ਪਾਰਟ ਦੀ ਗੱਲ ਕਰ ਰਿਹਾ। ਦੂਸਰਾ ਪਾਰਟ ਕੀ ਹੈ P-2 ਹੈ ਨਾ। ਤਾਂ ਜਿੱਥੇ ਜਿੱਥੇ x ਹੈ ਉੱਥੇ ਉੱਥੇ ਕੀ ਆ ਗਿਆ -2। ਇੱਕ ਤਾਂ x ਇੱਥੇ ਪਿਆ, ਦੇਖੋ ਇਹਦੇ ਨਾਲ ਪਿਆ, 1x ਇੱਥੇ ਹੈ, 1x ਇੱਥੇ ਹੈ। -2 ਦੀ 2 ਵਾਰ ਗੁਣਾ, ਮਾਈਨਸ ਮਾਈਨਸ ਪਲੱਸ 3 ਦੀ 2 ਨਾਲ ਗੁਣਾ, ਸਿੱਧਾ ਵੀ ਲਿਖ ਸਕਦੇ ਹੋ 6, ਕੋਈ ਗੱਲ ਨਹੀਂ। ਮਾਈਨਸ ਮਾਈਨਸ ਪਲੱਸ 2 ਦੂਣੀ 4, 4 ਦੂਣੀ 8, 3 ਦੂਣਾ 6 ਪਲੱਸ 4, 8 ਤੇ 6 14, 14 ਤੇ 4 18। ਦੇਖੋ ਫਰਕ ਕੀ ਸੀ। ਪਿਛਲੇ ਕੁਐਸਚਨ ਦੇ ਵਿੱਚ ਡਾਇਰੈਕਟ ਕਿਹਾ ਸੀ ਲਾਈਕ ਦਿਸ, x ਬਰਾਬਰ ਹੈ 3 ਚੈੱਕ ਕਰੋ, ਹੈ ਨਾ। ਇੰਨਾ ਕੁ ਫਰਕ ਪਾਇਆ। ਦੇਖੋ ਸਿਰਫ ਇੱਕ ਇੱਕ ਚੀਜ਼ ਦਾ ਫਰਕ ਪਾ ਰਿਹਾ। ਪਿਛਲੇ ਕੁਐਸਚਨ 'ਚ ਆਪਾਂ ਗੱਲ ਕੀਤੀ ਸੀ x ਬਰਾਬਰ 1 2, ਮਤਲਬ x ਦੀ ਆਪਾਂ ਨੂੰ ਕੀਮਤ ਦਿੱਤੀ ਹੁੰਦੀ ਸੀ, ਆਪਾਂ ਸਿਫਰ ਪਤਾ ਕਰਦੇ ਜਾਂ ਕੀਮਤ ਕੱਢਦੇ। ਇੱਥੇ ਇਹਦੀ ਜਗ੍ਹਾ ਤੇ ਇਸ ਰੂਪ 'ਚ ਦੇਤਾ, ਗੱਲ ਇੱਕੋ ਹੀ ਆ। ਦੇਖੋ ਹੁਣ ਇੱਥੇ ਕੁਐਸਚਨ ਆ ਜੇ ਇਹਦਾ ਮੁੱਲ ਕੱਢੋ ਜੇ x ਬਰਾਬਰ ਹੈ 3 ਜਾਂ P3 ਪਤਾ ਕਰੋ, ਗੱਲ ਇੱਕੋ ਹੀ ਆ ਉੱਥੇ ਦੋਸਤੋ, ਕੋਈ ਫਰਕ ਨਹੀਂ, ਸਿਰਫ ਇੱਕ ਸਟੇਟਮੈਂਟ ਚੇਂਜ ਹੋਈ ਹੈ। ਤੀਸਰਾ ਪਾਰਟ P-1/2। ਤਾਂ ਜਿੱਥੇ ਜਿੱਥੇ x ਹੈ ਉੱਥੇ ਉੱਥੇ -1/2 ਹੈ ਨਾ। 2 ਗੁਣਾ -1/2 ਗੁਣਾ -1/2, ਮਾਈਨਸ ਮਾਈਨਸ ਪਲੱਸ 3 ਗੁਣਾ 1/2 ਪਲੱਸ 4, 1 2 ਨਾਲ 1 2 ਕੱਟ ਗਿਆ, ਮਾਈਨਸ ਮਾਈਨਸ ਪਲੱਸ 1 ਏਕਮ 1 2, 3/2 ਪਲੱਸ 4 ਹੈ ਨਾ। ਹੁਣ ਲਘੁੱਤਮ ਲੈ ਕੇ ਹੱਲ ਕਰ ਲਓ ਜਿਵੇਂ ਤੁਹਾਨੂੰ ਠੀਕ ਲੱਗਦਾ। ਲਘੁੱਤਮ ਲੈ ਕੇ ਫਿਰ ਆਪਾਂ 4 ਨੂੰ ਕੀ ਕਰਾਂਗੇ 4/1 ਹੈ ਨਾ। 2 1 ਪਲੱਸ 3, 4 ਦੂਣੀ 8। ਤਾਂ ਦੋਸਤੋ ਇਹਦੀ ਕੀਮਤ ਕਿੰਨੀ ਆ ਗਈ 6 ਆ ਗਈ। ਤਾਂ ਇਸ ਤਰੀਕੇ ਦੇ ਨਾਲ ਆਪਾਂ ਇਸ ਕੁਐਸਚਨਾਂ ਨੂੰ ਹੱਲ ਕਰਦੇ ਹਾਂ। ਇੱਕ ਆਪਾਂ ਛੋਟੀ ਜਿਹੀ ਉਦਾਹਰਨ ਤੇ ਹੋਰ ਵਰਕ ਕਰਦੇ ਹਾਂ ਤਾਂ ਕਿ ਟੌਪਿਕ ਹੋਰ ਕਲੀਅਰ ਹੋ ਜਾਏ। ਜੇ ਬਹੁਪਦ Px ਬਰਾਬਰ ਹੈ x - 1 x + 1 ਤਾਂ ਮੁੱਲ ਪਤਾ ਕਰੋ P2 P-1। ਹੱਲ ਕੀ ਦਿੱਤਾ ਹੋਇਆ ਆਪਾਂ ਨੂੰ Px ਬਰਾਬਰ x - 1 x + 1। ਗੁਣਾ ਕਰਕੇ ਖੋਲਣ ਦੀ ਜ਼ਰੂਰਤ ਨਹੀਂ ਹੈਗੀ, ਆਪਾਂ ਸਿੱਧਾ ਹੀ ਇਹਨੂੰ ਹੱਲ ਕਰਾਂਗੇ। ਸਭ ਤੋਂ ਪਹਿਲਾਂ ਜਿੱਥੇ x ਹੈ ਉੱਥੇ ਗੋਲ ਚੱਕਰ ਲੱਗ ਗਿਆ। ਪਹਿਲਾ ਪਾਰਟ P2, ਜਿੱਥੇ ਜਿੱਥੇ x ਹੈ ਉੱਥੇ ਉੱਥੇ 2 ਆ ਗਿਆ ਹੈ ਨਾ। 2 ਚੋਂ 1 ਘਟਾਇਆ 1, 2 ਚ 1 ਜੋੜਿਆ 3, 1 ਗੁਣਾ 3 3। ਦੇਖੋ ਨਹੀਂ ਤੁਸੀਂ ਪਹਿਲਾਂ ਇਹਨੂੰ ਗੁਣਾ ਕਰਦੇ ਫਿਰ ਹੱਲ ਕਰਦੇ ਤਾਂ ਜ਼ਿਆਦਾ ਬੈਟਰ ਹੈ, ਸਿੱਧਾ ਹੀ ਇਹਨੂੰ ਹੱਲ ਕਰੋ, ਇਹਨੂੰ ਗੁਣਾ ਦੇ ਚੱਕਰ 'ਚ ਪਾਉਣ ਦੀ ਜ਼ਰੂਰਤ ਨਹੀਂ ਹੈਗੀ। ਦੂਸਰਾ P-1, ਤਾਂ ਜਿੱਥੇ ਜਿੱਥੇ x ਹੈ ਉੱਥੇ ਉੱਥੇ ਕੀ ਆ ਗਿਆ -1, -1 -1 -2, -1 + 1 0। ਤਾਂ ਆਪਾਂ ਇਹਦੀ ਕਿਸੇ ਨਾਲ ਵੀ ਗੁਣਾ ਕਰੀਏ ਤਾਂ ਕੀ ਆ ਗਿਆ ਇਹ 0 ਆ ਗਿਆ। ਤਾਂ ਦੋਸਤੋ ਇਹ ਸੀ ਆਪਾਂ ਪਹਿਲਾ ਟੌਪਿਕ ਆਪਣਾ ਜੋ ਬਹੁਪਦੀਆਂ ਦੀ ਜਾਣ ਪਹਿਚਾਣ, ਜਿਸ ਵਿੱਚ ਆਪਾਂ ਕੀ ਕੀਤਾ ਹੈ ਬਹੁਪਦੀ ਕੀ ਹੁੰਦੀ ਹੈ, ਉਹਦੀਆਂ ਕਿਸਮਾਂ, ਘਾਤ ਦੇ ਆਧਾਰ ਤੇ, ਡਿਗਰੀ ਦੇ ਆਧਾਰ ਤੇ, ਪਦਾਂ ਦੇ ਆਧਾਰ ਤੇ, ਜਾਂ ਜਿਹਨੂੰ ਆਪਾਂ ਬੋਲ ਦਿੰਦੇ ਹਾਂ ਰਕਮਾਂ ਦੇ ਆਧਾਰ ਤੇ। ਅਗਲੀ ਗੱਲ ਆਪਾਂ ਕੀਤੀ ਹੈ ਬਹੁਪਦਾਂ ਦੀ ਸਿਫਰਾਂ ਦੀ, ਸਿਫਰ ਕੱਢਣਾ ਕਿਵੇਂ ਤੇ ਚੈੱਕ ਕਿਵੇਂ ਕਰਨਾ ਹੈ। ਤੇ ਚੌਥੀ ਆਪਾਂ ਗੱਲ ਕੀਤੀ ਹੈ ਬਹੁਪਦੀ ਦਾ ਕਿਸੇ ਪਾਰਟੀਕੂਲਰ ਕੀਮਤ ਤੇ 1 2 3 4 ਜੋ ਵੀ ਕੀਮਤਾਂ ਆਪਾਂ ਨੂੰ ਦਿੱਤੀਆਂ ਹੋਈਆਂ ਨੇ ਉਸ ਦੇ ਮੁੱਲ ਕੱਢਣ ਦੇ। ਅਗਲੇ ਪਾਰਟ ਦੇ ਵਿੱਚ ਆਪਾਂ ਗੱਲ ਕਰਾਂਗੇ 2 ਘਾਤੀ ਬਹੁਪਦ ਦੇ ਗੁਣਨਖੰਡ ਤੇ ਬਾਕੀ ਥਿਓਰਮ, ਇੱਕ ਥਿਓਰਮ ਤੇ ਗੱਲ ਕਰਨੀ ਹੈ ਤੇ ਗੁਣਨਖੰਡ ਥਿਓਰਮ ਤੇ। ਥੈਂਕ ਯੂ।